GNDS ਅਕੈਡਮੀ YouTube ਚੈਨਲ 'ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਜੀ। ਆਪਾਂ ਲੈ ਕੇ ਆਏ ਹਾਂ ਜੀ ਪੋਲੀਟੀਕਲ ਲੈਕਚਰਾਰ ਦੀ ਇਹ ਥਿਊਰੀ ਵੀਡੀਓ। ਸੋ ਪੂਰੀ ਵੀਡੀਓ ਜ਼ਰੂਰ ਦੇਖੋ। ਲੈਕਚਰਾਰ ਪੋਲੀਟੀਕਲ ਸਾਇੰਸ ਦੇ ਬੈਚ ਹੈ ਜਿਹੜੇ, ਉਹਨਾਂ ਦੇ ਲਈ ਤੁਸੀਂ ਸਾਨੂੰ WhatsApp ਨੰਬਰ 'ਤੇ ਕੰਟੈਕਟ ਕਰ ਸਕਦੇ ਹੋ। WhatsApp ਨੰਬਰ ਜਿਹੜਾ ਹੈਗਾ ਉਹ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ। ਫੁੱਲੀ ਰਿਕਾਰਡਡ ਬੈਚ ਤੁਹਾਨੂੰ ਅਸੀਂ ਪ੍ਰੋਵਾਈਡ ਕਰਵਾਵਾਂਗੇ। ਆਪਣਾ ਟੌਪਿਕ ਹੈ ਜੀ ਰੂਸੋ। ਜੀਨ ਜੈਕਸ ਰੂਸੋ ਦਾ ਟਾਈਮ ਹੈ ਜਿਹੜਾ ਉਹ ਹੈਗਾ ਜੀ 1713 ਤੋਂ 1778 ਦਾ। ਮੈਨ ਇਜ਼ ਬੋਰਨ ਫ੍ਰੀ ਬਟ ਐਵਰੀਵੇਅਰ ਹੀ ਇਜ਼ ਇਨ ਚੇਨਸ। ਕਹਿੰਦਾ ਬੰਦਾ ਜੰਮਦਾ ਫ੍ਰੀ ਹੈ, ਆਜ਼ਾਦ ਜੰਮਦਾ ਭਾਵ, ਬਟ ਹਰ ਪਾਸੇ ਉਹ ਜਿਹੜਾ ਚੇਨਾਂ ਦੇ ਨਾਲ ਜਾਂ ਕਹਿ ਲਓ ਕਿ ਜੰਜੀਰਾਂ ਦੇ ਵਿੱਚ ਜਕੜਿਆ ਰਹਿੰਦਾ। ਸੋ ਹਾਂਜੀ, ਸਮਾਜਿਕ ਸਮਝੌਤੇ ਦੇ ਵਿਚਾਰਕਾਂ ਦੇ ਵਿੱਚੋਂ ਰੂਸੋ ਦਾ ਅਤਿਅੰਤ ਮਹੱਤਵਪੂਰਨ ਸਥਾਨ ਇਹ ਹੈ ਕਿ ਉਸਦੇ ਵਿਚਾਰਾਂ ਦੇ ਵਿੱਚ ਇੱਕ ਪਾਸੇ ਵਿਅਕਤੀਵਾਦਤਾ ਦਾ ਤੇ ਦੂਜੇ ਪਾਸੇ ਨਿਰੰਕੁਸ਼ਤਾ ਦਾ ਮਿਸ਼ਰਣ ਹੈ। ਸੋ ਦੋਨੇ ਤਰ੍ਹਾਂ ਦੇ ਵਿਚਾਰ ਇਹਦੇ ਜਿਹੜੇ ਹੈਗੇ ਆ ਉਹ ਪਾਏ ਜਾਂਦੇ ਆ, ਵਿਅਕਤੀਵਾਦ ਵਾਲੇ ਵੀ ਤੇ ਨਿਰੰਕੁਸ਼ਤਾ ਵਾਲੇ ਵੀ। ਰੂਸੋ ਨਾ ਰਾਜਨੀਤੀਵੇਤਾ, ਨਾ ਰਾਜਨੀਤੀ ਦਾ ਵਿਦਿਆਰਥੀ ਤੇ ਨਾ ਹੀ ਦਾਰਸ਼ਨਿਕ ਸੀਗਾ, ਪਰ ਉਸਦੀ ਪ੍ਰਤਿਭਾ ਨੇ ਉਸਨੂੰ ਰਾਜਨੀਤੀ ਸ਼ਾਸਤਰ ਦੇ ਖੇਤਰ ਦੇ ਵਿੱਚ ਸਨਮਾਨਯੋਗ ਪ੍ਰਚਾਰਕ ਦਾ ਸਥਾਨ ਦਿਵਾਇਆ। ਰੂਸੋ ਦੀ ਗਿਣਤੀ 18ਵੀਂ ਸਦੀ ਦੇ ਮਹਾਨ ਰਾਜਨੀਤਿਕ ਵਿਚਾਰਕਾਂ ਦੇ ਵਿੱਚ ਕੀਤੀ ਜਾਂਦੀ ਹੈ ਜੀ। ਫਰਾਂਸ ਦੀ ਕ੍ਰਾਂਤੀ ਨੇਤਾ ਰੂਸੋ ਦਾ ਨਾਂ ਜਿਹੜਾ ਹੈਗਾ ਸੁਤੰਤਰਤਾ ਦੇ ਨਾਲ ਜੋੜ ਕੇ ਉਸਨੂੰ ਲੋਕਤੰਤਰ ਦਾ ਪ੍ਰੇਰਣਾ ਬਣਾ ਦਿੱਤਾ। ਸੋ ਲੋਕਤੰਤਰ ਦੇ ਲਈ ਪ੍ਰੇਰਣਾ ਸਰੋਤ ਮੰਨਿਆ ਜਾਂਦਾ ਰੂਸੋ ਨੂੰ। ਆਪਣੇ ਅਸਮਾਨਤਾ ਦੀ ਉਤਪਤੀ ਅਤੇ ਉਸ ਦੀ ਆਧਾਰਸ਼ਿਲਾ ਅਤੇ ਸੋਸ਼ਲ ਕੰਟਰੈਕਟ ਵਿੱਚ ਉਹ ਰਾਜਨੀਤਿਕ ਸਮਾਨਤਾ ਦਾ ਵਰਣਨ ਕਰਦਾ। ਸੋ ਇਹ ਨੋਟਸ ਤੁਹਾਨੂੰ ਮੇਨਲੀ ਥਿਊਰੀ ਟਾਈਪ ਹੀ ਬਣਾਏ ਗਏ ਹੈ ਤਾਂ ਕਿ ਤੁਹਾਨੂੰ ਬੁੱਕਸ ਵਗੈਰਾ ਨਾ ਬਾਏ ਕਰਨੀਆਂ ਪੈਣ। ਠੀਕ ਹੈ ਜੀ। ਸੋ ਇਹਦੇ ਵਿੱਚੋਂ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਜੀਆਂ ਉਹਨਾਂ ਨੂੰ ਵੀ ਧਿਆਨ ਦੇ ਵਿੱਚ ਰੱਖਾਂਗੇ, ਨਾਲ ਦੀ ਨਾਲ ਤੁਹਾਨੂੰ ਦੱਸੀ ਚੱਲਾਂਗੇ, ਬਟ ਇਹ ਥਿਊਰੀ ਟਾਈਪ ਨੋਟਸ ਹੀ ਮੰਨ ਕੇ ਚੱਲੋ ਤੁਸੀਂ। ਠੀਕ ਹੈ, ਕਿਉਂਕਿ ਸਾਰੇ ਨੂੰ ਯਾਦ ਨਾ ਕਰਨ ਲੱਗ ਜਾਣਾ, ਕਿਤੇ ਟੈਨਸ਼ਨ ਦੇ ਵਿੱਚ ਪੈ ਜਾਣਾ ਵੀ ਬਹੁਤ ਵੱਡੇ ਵੱਡੇ ਟੌਪਿਕ ਹੈ। ਮੋਸਟਲੀ ਇਹਨਾਂ ਦਾ ਜਨਮ, ਐਜੂਕੇਸ਼ਨ, ਰਚਨਾਵਾਂ ਤੇ ਜਾਂ ਕੋਈ ਸੰਸਥਾ ਖੋਲੀ ਹੈ ਜਾਂ ਕਿਸੇ ਸੰਸਥਾ ਦੇ ਨਾਲ ਅਟੈਚ ਹੈ, ਜਾਂ ਗੁਰੂ ਕੌਣ ਹੈ ਜਾਂ ਚੇਲਾ ਕੌਣ ਹੈ ਇਹਦਾ, ਇਹਨਾਂ ਚੀਜ਼ਾਂ ਤੇ ਜਿਹੜਾ ਹੈਗਾ ਕਨਸੈਪਟਾਂ ਤੇ ਇਹਨਾਂ ਤੇ ਧਿਆਨ ਜ਼ਰੂਰ ਰੱਖਣਾ ਹੈ। ਵਿਚਾਰਧਾਰਾ ਕਿਹੜੀ ਹੈ, ਠੀਕ ਹੈ, ਕਿਸ ਨੂੰ ਪ੍ਰੋਤਸਾਹਨ ਦਿੰਦਾ ਹੈ, ਇਹ ਪੁਆਇੰਟਾਂ ਤੇ ਧਿਆਨ ਰੱਖਣਾ ਜ਼ਰੂਰੀ ਇਹਨਾਂ ਸਾਰੀਆਂ ਥਿਊਰੀਜ਼ ਦੇ ਵਿੱਚ। ਅਸਮਾਨਤਾ ਦੀ ਉਤਪਤੀ ਤੇ ਉਸ ਦੀ ਆਧਾਰਸ਼ਿਲਾ ਸੋਸ਼ਲ ਕੰਟਰੈਕਟ ਵਿੱਚ, ਇਹ ਸੋਸ਼ਲ ਕੰਟਰੈਕਟ ਹੈ ਜਿਹੜੀ ਉਹਦੀ ਬੁੱਕ ਦਾ ਨਾਮ ਹੈ, ਉਹ ਰਾਜਨੀਤਿਕ ਸਮਾਨਤਾ ਦਾ ਵਰਣਨ ਕਰਦਾ। ਵਿਅਕਤੀਵਾਦ, ਆਦਰਸ਼ਵਾਦ ਅਤੇ ਲੋਕ ਕਰੀਅਰ ਪ੍ਰਭੂ ਸੱਤਾ ਦੀ ਭਿੰਨ ਸਿਧਾਂਤਾਂ ਨੂੰ ਉਸਦੀ ਲੇਖਣੀ ਨੇ ਨਵਾਂ ਸਮਰਥਨ ਤੇ ਨਵੀਆਂ ਦਿਸ਼ਾਵਾਂ ਦਿੱਤੀਆਂ। ਆਪਣੀ ਵਿਆਪਕ ਇੱਛਾ ਦੇ ਸਿਧਾਂਤ ਦੁਆਰਾ ਉਸਨੇ ਰਾਜਨੀਤੀ ਦੇ ਵਿੱਚ ਸਥਾਈ ਅੰਗਿਕ ਸਮਾਜ ਦੀ ਕਲਪਨਾ ਨੂੰ ਬਲ ਦਿੱਤਾ ਹੈ। ਜੀਵਨ ਪਰਿਚੈ ਦੇ ਨਾਲ ਗੱਲ ਕਰਦੇ ਹਾਂ ਜੀ। ਰੂਸੋ ਦਾ ਜਨਮ 1713 ਦੇ ਵਿੱਚ ਆਈਜ਼ਕ ਨਾਂ ਦੇ ਇੱਕ ਗਰੀਬ ਘੜੀ ਸਾਜ ਦੇ ਘਰ ਸਵਿਟਜ਼ਰਲੈਂਡ ਦੇ ਪ੍ਰਸਿੱਧ ਸ਼ਹਿਰ ਜਨੇਵਾ ਦੇ ਵਿੱਚ ਹੋਇਆ। ਜਨਮ ਸਮੇਂ ਉਸਦੀ ਮਾਂ ਦਾ ਦੇਹਾਂਤ ਹੋ ਗਿਆ ਸੀ। ਉਸਦਾ ਪਾਲਣ ਪੋਸ਼ਣ ਦਾ ਸਾਰਾ ਜਿਹੜਾ ਭਾਰ ਆ ਉਸਦੇ ਪਿਤਾ ਤੇ ਪਿਆ। ਪਿਤਾ ਦੀ ਆਮਦਨ ਘੱਟ ਸੀਗੀ, ਉਸ ਕਾਰਨ ਉਹ ਰੂਸੋ ਦੀ ਪੜ੍ਹਾਈ ਲਿਖਾਈ ਦੇ ਵੱਲ ਬਹੁਤਾ ਧਿਆਨ ਨਾ ਦਿੱਤਾ ਉਹਨੇ, ਤੇ ਪੜ੍ਹਾਈ ਦਾ ਇੱਕ ਪਾਸੇ ਰਹੀ। ਉਸਦੇ ਪਿਤਾ ਨੇ ਉਸਨੂੰ ਜਿਹੜੀਆਂ ਹੈਗੀਆਂ ਅਸ਼ਲੀਲ ਆਦਤਾਂ ਪਾ ਦਿੱਤੀਆਂ ਨਾ, ਕਾਮਿਕਸ ਵਗੈਰਾ ਉਹ ਤੋਂ ਅਸ਼ਲੀਲ ਪੜ੍ਹਾਉਂਦਾ ਰਹਿੰਦਾ ਸੀ। ਇਹਦੇ ਕਰਕੇ ਉਹਦੇ ਵਿੱਚ ਗੰਦੀਆਂ ਆਦਤਾਂ ਜਿਹੜੀਆਂ ਹੈਗੀਆਂ ਆ ਗਈਆਂ। ਉਸ ਪਾਸੋਂ ਅਸ਼ਲੀਲ ਰੋਮਾਂਚਕ ਨਾਵਲ ਪੜ੍ਹਾਉਂਦਾ, ਜਿਸ ਦਾ ਬਾਲ ਮਨ ਤੇ ਗਹਿਰਾ ਪ੍ਰਭਾਵ ਪਿਆ, ਕਿਉਂਕਿ ਉਹ ਹਜੇ ਛੋਟਾ ਸੀਗਾ ਬੱਚਾ, ਉਹਦੇ ਤੇ ਉਹਦਾ ਗਹਿਰਾ ਪ੍ਰਭਾਵ ਪਿਆ ਤੇ ਉਹ ਇੱਕ ਚਰਿੱਤਰਹੀਨ ਵਿਅਕਤੀ ਦੇ ਤੌਰ ਦੇ ਵਿੱਚ ਸਾਹਮਣੇ ਆਇਆ। ਰੂਸੋ ਹੈ ਜਿਹੜਾ ਚਾਚੇ ਦੇ ਪਾਸ ਛੱਡ ਗਿਆ। ਬਾਅਦ ਦੇ ਵਿੱਚ ਉਹਨੂੰ ਉਹ 10 ਸਾਲ ਦੀ ਛੋਟੀ ਉਮਰ ਦੇ ਵਿੱਚ ਹੀ ਉਹਨੂੰ ਨੌਕਰੀ ਕਰਨੀ ਪਈ। ਬੁਰੀ ਸੰਗਤ ਦੇ ਕਾਰਨ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਚਰਿੱਤਰਹੀਨ ਜੀਵਨ ਬਿਤਾਉਂਦਾ ਹੋਇਆ ਬੁਰੀ ਹਾਲਤ ਦੇ ਵਿੱਚ ਉਹ ਵੈਨਿਸ ਸ਼ਹਿਰ ਦੇ ਵਿੱਚ ਪਹੁੰਚ ਗਿਆ। ਉੱਥੇ ਉਸਦੇ ਮਿੱਤਰਾਂ ਨੇ ਕੋਸ਼ਿਸ਼ ਕਰਕੇ ਉਸਨੂੰ ਫਰਾਂਸ ਦੇ ਦੂਤਾਵਾਸ ਦੇ ਵਿੱਚ ਨੌਕਰੀ ਦਵਾ ਦਿੱਤੀ, ਪਰ ਉੱਥੇ ਵੀ ਉਹ ਬਹੁਤਾ ਦਿਨ ਨਾ ਟਿਕਿਆ, ਬਹੁਤਾ ਟਾਈਮ ਨਾ ਕੰਮ ਕਰ ਸਕਿਆ। 2 ਸਾਲ ਮਗਰੋਂ ਉੱਥੋਂ ਵੀ ਉਹਨੂੰ ਕੱਢ ਦਿੱਤਾ ਗਿਆ। ਬੇਕਾਰ ਹੋ ਜਾਣ ਕਾਰਨ ਉਸਨੂੰ ਆਰਥਿਕ ਪਰੇਸ਼ਾਨੀਆਂ ਨੇ ਘੇਰ ਲਿਆ। ਇਕੋਨੋਮਿਕਲੀ ਬਹੁਤ ਵੀਕ ਹੋ ਗਿਆ। ਫਿਰ ਉਹ ਫਰਾਂਸ ਚਲਿਆ ਗਿਆ। ਫਰਾਂਸ ਦੇ ਵਿੱਚ ਪੈਰਿਸ ਦੀਆਂ ਜਿਹੜੀਆਂ ਬਦਨਾਮ ਗਲੀਆਂ ਦੇ ਵਿੱਚ ਚਰਿੱਤਰਹੀਨ ਜੀਵਨ ਬਿਤਾਉਣ ਲੱਗਾ, ਜਿਹੜਾ ਕਿ ਉਹਦੇ ਪ੍ਰਭਾਵ ਦੇ ਵਿੱਚ, ਜਾਂ ਕਹਿ ਲਓ ਕਿ ਉਹਦੇ ਸ਼ੁਰੂਆਤੀ ਜੀਵਨ ਦੇ ਵਿੱਚ ਜਾਂ ਉਹਦੀ ਨੌਜਵਾਨ ਅਵਸਥਾ ਦੇ ਵਿੱਚ ਉਹਦੇ ਤੇ ਬਹੁਤ ਭੈੜਾ ਪ੍ਰਭਾਵ ਪਿਆ ਇਸਦਾ, ਤੇ ਉਹ ਇੱਕ ਚਰਿੱਤਰਹੀਨ ਵਿਅਕਤੀ ਦੇ ਵਜੋਂ ਉੱਭਰਦਾ ਇਸ ਟਾਈਮ ਤੇ।
ਕਈ ਇਸਤਰੀਆਂ ਦੇ ਨਾਲ ਉਸਦੇ ਪ੍ਰੇਮ ਸੰਬੰਧ, ਵਿਆਹ ਉਸਨੇ ਕਿਸੇ ਨਾਲ ਨਾ ਕੀਤਾ। ਕਰੂਪ ਇਸਤਰੀ ਸੀ, ਇੱਕ ਬਹੁਤ ਹੀ ਬਦਸੂਰਤ ਇਸਤਰੀ। ਉਹਦੇ ਨਾਲ ਜਿਹੜੇ ਹੈਗੇ ਆ ਉਹਦੇ ਇੰਨੇ ਜ਼ਿਆਦਾ ਸੰਬੰਧ ਵੱਧ ਗਏ ਕਿ 5 ਸੰਤਾਨਾਂ ਪੈਦਾ ਹੋਈਆਂ, ਤੇ ਪਰ ਉਹ ਇਹਨਾਂ ਨੂੰ ਵੀ ਛੱਡ ਕੇ ਚਲਾ ਗਿਆ, ਉਹਨੇ ਇਹਨਾਂ ਨੂੰ ਵੀ ਸਵੀਕਾਰ ਨਾ ਕੀਤਾ। ਇੰਨਾ ਜ਼ਿਆਦਾ ਜਿਹੜਾ ਹੈਗਾ ਉਹਦਾ ਨੈਤਿਕਤਾ ਦਾ ਪਤਨ ਹੋ ਚੁੱਕਿਆ ਸੀ, ਇੱਕ ਗਿਰੀ ਹੋਈ ਸੋਚ ਵਾਲਾ ਇਨਸਾਨ ਬਣ ਚੁੱਕਿਆ ਸੀ ਰੂਸੋ ਆਪਣੇ ਸ਼ੁਰੂਆਤੀ ਜੀਵਨ ਦੇ ਵਿੱਚ। ਸਨ 1749 ਈਸਵੀ ਦੇ ਵਿੱਚ ਰੂਸੋ ਦੀ ਜੀਵਨ ਦੇ ਵਿੱਚ ਜਿਹੜਾ ਹੈਗਾ ਇੱਕ ਅਜਿਹੀ ਘਟਨਾ ਘਟੀ ਜਿਸ ਨੇ ਉਸ ਦੀ ਜੀਵਨ ਧਾਰਾ ਨੂੰ ਬਦਲ ਦਿੱਤਾ। ਉਸਨੇ ਸੁਣਿਆ ਕਿ ਡਿਜ਼ਾਈਨ ਦੀ ਅਕਾਦਮੀ ਇੱਕ ਇੱਥੇ ਵਿਸ਼ੇ ਤੇ ਵਿਗਿਆਨ ਅਤੇ ਕਲਾ ਦੀ ਪ੍ਰਗਤੀ ਤੇ ਨੈਤਿਕਤਾ ਨੂੰ ਭ੍ਰਿਸ਼ਟ ਕਰਨ ਵਿੱਚ ਸਹਿਯੋਗ ਦਿੱਤਾ ਜਾਂਦਾ ਹੈ, ਅਤੇ ਉਸ ਦੇ ਸ਼ੁੱਧੀਕਰਨ ਦੇ ਵਿੱਚ ਸਰਵਸ਼੍ਰੇਸ਼ਠ ਨਿਬੰਧ ਲਿਖਣ ਵਾਲੇ ਪੁਰਸਕਾਰ ਦੇਣ ਦੀ ਘੋਸ਼ਣਾ ਕੀਤੀ ਗਈ ਹੈ, ਵੀ ਉਹ ਅਕਾਦਮੀ ਦੇ ਵਿੱਚ ਜਿਹੜਾ ਕੋਈ ਵਿਗਿਆਨ, ਕਲਾ ਤੇ ਨੈਤਿਕਤਾ ਨੂੰ ਭ੍ਰਿਸ਼ਟ ਕਰਨ ਦੇ ਵਿੱਚ ਸਹਿਯੋਗ ਦਿੰਦਾ ਹੈ, ਮਤਲਬ ਉਹਦੇ ਵਰਗਾ ਹੋਊਗਾ, ਉਹਨੂੰ ਉੱਥੇ ਜਿਹੜਾ ਹੈਗਾ ਸਨਮਾਨਿਤ ਕੀਤਾ ਜਾਂਦਾ ਹੈ। ਸੋ ਰੂਸੋ ਨੂੰ ਇਸ ਗੱਲ ਨੇ ਆਕਰਸ਼ਿਤ ਕੀਤਾ। ਉਹ ਜੀਵਨ ਦੇ ਕੌੜੇ ਅਨੁਭਵਾਂ ਕਾਰਨ ਸਮਾਜ ਦਾ ਵਿਦਰੋਹੀ ਬਣ ਚੁੱਕਿਆ ਸੀ। ਉਸਨੇ ਆਪਣੇ ਨਿਬੰਧ ਵਿੱਚ ਲਿਖਿਆ ਕਿ ਵਿਗਿਆਨ ਅਤੇ ਕਲਾ ਦੀ ਪ੍ਰਗਤੀ ਨੇ ਮਨੁੱਖ ਦਾ ਨੈਤਿਕ ਪਤਨ ਕੀਤਾ ਹੈ। ਜੇ ਮਨੁੱਖ ਸਰਲ, ਸੁਖੀ ਅਤੇ ਸੁਭਾਵਿਕ ਜੀਵਨ ਬਿਤਾਉਣਾ ਚਾਹੁੰਦਾ ਹੈ ਤਾਂ ਉਸਨੂੰ ਪ੍ਰਕਿਰਤਿਕ ਜੀਵਨ ਅਪਣਾਉਣਾ ਚਾਹੀਦਾ। ਸੋ ਕੁਦਰਤੀ ਜੀਵਨ ਕਹਿੰਦਾ ਉਹਨੂੰ ਅਪਣਾਉਣਾ ਚਾਹੀਦਾ ਹੈ। ਉਹਨੂੰ ਕਿਸੇ ਦੇ ਅੰਡਰ ਜਾਂ ਕਿਸੇ ਦੇ ਨਾਲ ਲੱਗ ਕੇ ਜਾਂ ਕਿਸੇ ਦੀ ਸਹਾਇਤਾ ਦੇ ਨਾਲ, ਭਾਵ ਕੰਟਰੋਲ ਦੇ ਵਿੱਚ ਰਹਿ ਕੇ ਜੀਵਨ ਨਹੀਂ ਬਿਤਾਉਣਾ ਚਾਹੀਦਾ। ਇਸ ਨਿਬੰਧ ਦੇ ਵਿੱਚ ਉਹ ਇੱਕ ਸਥਾਨ ਤੇ ਲਿਖਦਾ ਹੈ ਕਿ ਸਾਨੂੰ ਫਿਰ ਤੋਂ ਅਗਿਆਨਤਾ, ਭੋਲਾਪਣ ਤੇ ਗਰੀਬੀ ਦੇ ਦੇਵੋ, ਕੇਵਲ ਇਹੀ ਸਾਨੂੰ ਸੁਖੀ ਬਣਾ ਸਕਦੇ ਹਨ। ਇਸ ਸੰਬੰਧ ਨੇ ਨਾ ਜਿਹੜਾ ਇਹ ਨਿਬੰਧ ਸੀ, ਠੀਕ ਹੈ, ਇੱਥੇ ਆਊਗਾ, ਇਸ ਨਿਬੰਧ ਨੇ ਨਾ ਕੇਵਲ ਪੁਰਸਕਾਰ ਜਿੱਤਿਆ ਬਲਕਿ ਵਿਵੇਕਪੂਰਨ ਯੁੱਗ ਵਾਲੇ ਬਨਾਵਟੀ ਸਮਾਜ ਵਿੱਚ ਹਲਚਲ ਪੈਦਾ ਕਰ ਦਿੱਤੀ। ਕ੍ਰਾਂਤੀ ਦੀ ਇਹ ਪਹਿਲੀ ਝੰਕਾਰ ਸੀਗੀ। ਉਸ ਦਾ ਦਾਰਸ਼ਨਿਕ ਦੇ ਰੂਪ ਦੇ ਵਿੱਚ ਇਹ ਪੂਰੀ ਉਸ ਦੇ ਜੀਵਨ ਦੇ ਵਿੱਚ ਇੱਕ ਮੋੜ ਸਿੱਧ ਹੋਇਆ। ਉਹ ਸਮੁੱਚੇ ਯੂਰਪ ਵਿੱਚ ਇੱਕ ਮਹਾਨ ਵਿਚਾਰਕ, ਦਾਰਸ਼ਨਿਕ, ਰਾਜਨੀਤੀ ਸ਼ਾਸਤਰ ਦੇ ਰੂਪ ਦੇ ਵਿੱਚ ਪ੍ਰਸਿੱਧ ਹੋ ਗਿਆ। ਹੌਲੀ ਹੌਲੀ ਹੋਇਆ, ਐਵੇਂ ਨਹੀਂ ਵੀ ਇੱਕਦਮ ਹੀ ਹੋ ਗਿਆ ਇਕੱਲੇ ਨਾਵਲ ਦੇ ਨਾਲ ਹੀ। ਹੁਣ ਰੂਸੋ ਦੀ ਲੇਖਣੀ ਹੈ ਜਿਹੜੀ ਉਹ ਤੇਜ਼ੀ ਨਾਲ ਸਮਾਜਿਕ ਪਰਿਸਥਿਤੀਆਂ ਤੇ ਨਿਬੰਧ ਰਚਨਾ ਵਿੱਚ ਲੱਗ ਗਈ। ਉਸ ਦੇ ਨਿਬੰਧ ਕ੍ਰਾਂਤੀਕਾਰੀ ਵਿਚਾਰਾਂ ਦੇ ਨਾਲ ਭਰਪੂਰ ਹੁੰਦੇ ਸੀ। ਇਮਾਇਲ ਤੇ ਸੋਸ਼ਲ ਕੰਟਰੈਕਟ ਉਹਦੇ ਵਿਚਾਰਾਂ ਦਾ ਇੱਕ ਮੁੱਖ ਗ੍ਰੰਥ ਹੈ। 1762 ਈਸਵੀ ਦੇ ਵਿੱਚ ਇਹਨਾਂ ਪੁਸਤਕਾਂ ਦਾ ਪ੍ਰਕਾਸ਼ਨ ਹੋਇਆ, ਇਮਾਇਲ ਤੇ ਸੋਸ਼ਲ ਕੰਟਰੈਕਟ ਦਾ। ਉਸ ਦੀ ਵਿਚਾਰ ਲੜੀ ਨੇ ਜਨ ਸੁਧਾਰ ਨੂੰ ਨਵੀਂ ਕ੍ਰਾਂਤੀ ਦਾ ਸੰਦੇਸ਼ ਦਿੱਤਾ। ਵੀਰ ਗ੍ਰੰਥ ਸੰਮਤਸ਼ਾਹੀ ਸ਼ਾਸਨ ਵਿਰੁੱਧ ਜਨਤੰਤਰੀ ਕ੍ਰਾਂਤੀ ਦਾ ਉਹ ਸਮਰਥਕ ਸੀਗਾ। ਉਸ ਦੇ ਇਹਨਾਂ ਵਿਦਰੋਹੀ ਵਿਚਾਰਾਂ ਕਾਰਨ ਉਸ ਦਾ ਘੋਰ ਵਿਰੋਧ ਹੋਇਆ। ਫਲਸਰੂਪ ਬਸਤੀਆਂ, ਪੁਸਤਕਾਂ ਅਗਨੀ ਭੇਂਟ ਕਰ ਦਿੱਤੀਆਂ ਗਈਆਂ। ਉਹਦੀਆਂ ਜਿਹੜੀਆਂ ਬਸਤੀਆਂ ਸੀ ਜਾਂ ਜਿਹੜੇ ਉਹਦੇ ਛੋਟੇ ਛੋਟੇ ਸੰਸਥਾਵਾਂ ਬਣਾਈਆਂ ਹੋਈਆਂ ਸੀਗੀਆਂ ਤੇ ਜਿਹੜੀਆਂ ਉਹਦੀਆਂ ਪੁਸਤਕਾਂ ਸੀ ਉਹਨਾਂ ਨੂੰ ਸਾਰਿਆਂ ਨੂੰ ਜਲਾ ਦਿੱਤਾ ਗਿਆ। ਉਸ ਦੇ ਪ੍ਰਕਾਸ਼ਨ ਤੇ ਪਾਬੰਦੀ ਲਗਾ ਦਿੱਤੀ ਗਈ। ਉਹ ਇੰਨਾ ਭੈਭੀਤ ਹੋ ਗਿਆ ਕਿ ਫਰਾਂਸ ਵਿੱਚ ਉਸਦਾ ਰਹਿਣਾ ਅਸੰਭਵ ਹੋ ਗਿਆ। ਫਰਾਂਸ ਛੱਡ ਕੇ ਉਹ ਆਪਣੀ ਜਨਮ ਭੂਮੀ ਜਨੇਵਾ ਦੇ ਵਿੱਚ ਚਲਿਆ ਗਿਆ। ਪਰ ਕ੍ਰਾਂਤੀਕਾਰੀ ਵਿਚਾਰਾਂ ਕਾਰਨ ਉਸ ਨੂੰ ਉੱਥੇ ਵੀ ਸ਼ਰਨ ਨਾ ਮਿਲੀ। ਫਲਸਰੂਪ ਇਟਲੀ, ਜਰਮਨੀ ਦੇ ਦੇਸ਼ਾਂ ਦੇ ਵਿੱਚ ਉਹ ਘੁੰਮਦਾ ਰਿਹਾ ਤੇ ਆਪਣੇ ਜੀਵਨ ਦੀਆਂ ਕਮੀਆਂ ਸੰਬੰਧੀ ਉਸਨੇ ਕਨਫੈਂਸਸ ਐਂਡ ਡਾਇਲੌਗਸ ਨਾਂ ਦੀ ਇੱਕ ਪੁਸਤਕ ਲਿਖੀ ਕਿ ਜਿਹੜੀਆਂ ਉਹਦੇ ਵਿੱਚ ਬੁਰਾਈਆਂ ਸੀ, ਪਰ ਉਹ ਵੀ ਜ਼ਬਤ ਕਰ ਲਈ ਗਈ। 1778 ਈਸਵੀ ਦੇ ਵਿੱਚ 66 ਸਾਲ ਦੀ ਉਮਰ ਦੇ ਵਿੱਚ ਰੂਸੋ ਦੀ ਜਿਹੜੀ ਮੌਤ ਹੋ ਜਾਂਦੀ ਹੈ। ਰੂਸੋ ਦੀ ਅਧਿਐਨ ਪ੍ਰਣਾਲੀ ਤੇ ਗੱਲ ਕਰਦੇ ਹਾਂ ਜੀ। ਜਿਹੜਾ ਹੈਗਾ ਰੂਸੋ ਦੀ ਪਾਤੀ ਹਾਵਜ਼ ਦੀ ਤਰ੍ਹਾਂ ਮਨੋਵਿਗਿਆਨਕ ਸੀਗੀ। ਸਾਈਕੋਲੋਜੀਕਲੀ ਜਿਹੜੀ ਇਹਦੀ ਪਾਤੀ ਹੈਗੀ, ਮਨੋਵਿਗਿਆਨਕ ਤੌਰ ਤੇ ਇਫੈਕਟ ਕਰਦਾ ਇਹ ਆਪਦੀਆਂ ਰਚਨਾਵਾਂ ਦੇ ਨਾਲ। ਮੈਕਿਆਵਲੀ ਜਿਹੜਾ ਹੈਗਾ, ਬੌਦਨ, ਲਾਕ, ਗ੍ਰੋਸੀਅਸ, ਐਲਵਨ, ਨਸਡਨੀ, ਡਾਫਰ, ਮੈਂਟੈਂਸਕਿਊ, ਵਾਲਟੇਅਰ, ਇਹ ਸਾਰੇ ਜਿਹੜੇ ਵੀ ਚਿੰਤਕ ਹੈ ਆਦਿ ਦਾ ਉਸਦੇ ਉੱਤੇ ਕਾਫੀ ਪ੍ਰਭਾਵ ਪਿਆ ਹੋਇਆ ਸੀ। ਯੂਨਾਨੀ ਅਤੇ ਰੋਮਨ ਸਾਹਿਤ ਤੇ ਕਾਲਵਨ ਦੇ ਧਾਰਮਿਕ ਵਿਚਾਰਾਂ ਤੋਂ ਵੀ ਉਹ ਬਹੁਤ ਪ੍ਰਭਾਵਿਤ ਹੋਇਆ। ਰੂਸੋ ਦੀਆਂ ਰਚਨਾਵਾਂ ਜਿਹੜੀਆਂ, ਇਹਨਾਂ ਨੂੰ ਬਹੁਤ ਧਿਆਨ ਦੇ ਨਾਲ ਰੱਟੇ ਲਾ ਲਿਓ ਬਸ, ਹਨਾ, ਇਹਨਾਂ ਦੇ ਵਿੱਚੋਂ ਕੁਐਸਚਨ ਆ ਸਕਦਾ ਕੋਈ ਨਾ ਕੋਈ। ਡਿਸਕੋਰਸਿਸ ਆਫ ਆਰਟਸ ਐਂਡ ਸਾਇੰਸਿਸ 1747 ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ। ਡਿਸਕੋਰਸਿਸ ਔਨ ਦਾ ਓਰੀਜਨ ਐਂਡ ਫਾਊਂਡੇਸ਼ਨ ਆਫ ਦਾ ਕੁਆਲਿਟੀ ਆਫ ਮੈਨ 1754 ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ। ਇੰਟਰੋਡਕਸ਼ਨ ਟੂ ਦਾ ਪੋਲੀਟੀਕਲ ਇਕੋਨਮੀ 1758 ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ। ਸੋਸ਼ਲ ਕੰਟਰੈਕਟ 1762 ਦੇ ਵਿੱਚ, ਇਮਾਇਲ 1762 ਦੇ ਵਿੱਚ। ਸੋ ਸਾਰੇ ਗ੍ਰੰਥਾਂ ਦੇ ਵਿੱਚ ਸੋਸ਼ਲ ਕੰਟਰੈਕਟ ਹੈ ਜਿਹੜਾ ਉਹ ਸਭ ਤੋਂ ਮਹੱਤਵਪੂਰਨ ਗ੍ਰੰਥ ਮੰਨਿਆ ਜਾਂਦਾ ਰੂਸੋ ਦਾ। ਇਹ ਵੀ ਕੁਐਸਚਨ ਆ ਜਾਂਦਾ ਹੁੰਦਾ ਕਈ ਵਾਰ। ਰੂਸੋ ਦੇ ਇਹਨਾਂ ਗ੍ਰੰਥਾਂ ਦੇ ਵਿੱਚੋਂ ਖਾਸ ਕਰਕੇ ਸੋਸ਼ਲ ਕੰਟਰੈਕਟ ਦੇ ਵਿੱਚ ਜਿਹੜੇ ਉਹਨੇ ਵਿਚਾਰ ਦਿੱਤੇ ਆ, ਉਹਨਾਂ ਦੇ ਤਹਿਤ ਉਹ ਕਹਿੰਦਾ ਰੂਸੋ ਸਮਾਜਿਕ ਸਮਝੌਤਾ। ਰੂਸੋ ਦੇ ਵਿਚਾਰ ਹੈ ਸਮਾਜਿਕ ਸਮਝੌਤੇ ਦੇ ਪ੍ਰਤੀ ਕਿ ਕਿਵੇਂ ਮਨੁੱਖ ਰਹਿੰਦਾ। ਅੱਗੇ ਚੱਲਦੇ ਆ। ਹਾਵਜ਼ ਤੇ ਲੌਕ ਵਾਂਗ ਹੀ ਰੂਸੋ ਨੇ ਵੀ ਆਪਣੇ ਗ੍ਰੰਥ ਸੋਸ਼ਲ ਕੰਟਰੈਕਟ ਦੇ ਵਿੱਚ ਸਮਾਜਿਕ ਸਮਝੌਤੇ ਦਾ ਵਰਣਨ ਵਿਸਤ੍ਰਿਤ ਉਲੇਖ ਕੀਤਾ ਹੈ, ਜੋ ਇਸ ਪ੍ਰਕਾਰ ਹੈ ਕਿ ਮਨੁੱਖੀ ਸੁਭਾਅ
ਪਲੈਟੋ ਤੇ ਰੂਸੋ ਦੀ ਧਾਰਨਾ ਰਹੀ ਹੈ ਕਿ ਮਨੁੱਖ ਸੁਭਾਅ ਤੋਂ ਚੰਗਾ ਹੈ। ਰੂਸੋ ਦਾ ਵਿਚਾਰ ਹੈ ਕਿ ਸੰਸਾਰ ਵਿੱਚ ਪਾਪ, ਭ੍ਰਿਸ਼ਟਾਚਾਰ, ਦੁਸ਼ਟਤਾ ਜਨਮਜਾਤ ਨਹੀਂ, ਬਲਕਿ ਪੂਰਨ ਰੂਪ ਦੇ ਵਿੱਚ ਪਤਿਤ ਸਮਾਜਿਕ ਸੰਸਥਾਵਾਂ ਦੀ ਉਤਪਤੀ ਹੈ। ਕਹਿੰਦਾ ਇੱਥੇ ਸਮਾਜ ਦੇ ਵਿੱਚ ਇਹੋ ਜਿਹੀਆਂ ਸੰਸਥਾਵਾਂ ਹੈ ਜਿਨ੍ਹਾਂ ਕਰਕੇ ਇਹ ਸਾਰੇ ਔਗਣ ਜਾਂ ਇਹ ਸਾਰੇ ਪਾਪ ਮਨੁੱਖ ਦੇ ਵਿੱਚ ਆਉਂਦੇ ਆ। ਕਹਿੰਦਾ ਸ਼ੁਰੂ ਤੋਂ ਮਨੁੱਖ ਚੰਗਾ ਹੈ। ਇੱਕ ਵਿਕਾਸਪੂਰਨ ਕਲਾ ਅਤੇ ਸੰਸਕ੍ਰਿਤੀ ਨੇ ਮਨੁੱਖ ਨੂੰ ਉਸ ਦੇ ਉਦੇਸ਼ ਤੋਂ ਅਲੱਗ ਕਰ ਦਿੱਤਾ ਹੈ। ਕਹਿੰਦਾ ਜਦੋਂ ਉਹਦੇ ਵਿੱਚ ਵਿਕਾਸਪੂਰਨ ਦੀ ਕਲਾ ਆ ਗਈ, ਡਿਵੈਲਪ ਹੋਣ ਦੀ, ਤੇ ਸੰਸਕ੍ਰਿਤੀ ਜਿਹੜੀ ਉਹਨੂੰ ਮਿਲ ਗਈ ਇੱਥੇ ਸਮਾਜ ਦੇ ਵਿੱਚ, ਉਹਨੇ ਕਹਿੰਦਾ ਉਹਨੂੰ ਅਲੱਗ ਕਰਤਾ ਮਨੁੱਖ ਨੂੰ ਉਹਦੇ ਉਦੇਸ਼ਾਂ ਤੋਂ, ਉਹਦੇ ਟੀਚਿਆਂ ਤੋਂ। ਮਨੁੱਖ ਸੁਭਾਅ ਤੋਂ ਬੁਰਾ ਨਹੀਂ ਹੁੰਦਾ, ਬਲਕਿ ਭ੍ਰਿਸ਼ਟ ਕਲਾ ਦੇ ਕਾਰਨ ਉਹ ਬੁਰਾ ਬਣ ਜਾਂਦਾ ਹੈ। ਮਨੁੱਖ ਦੀ ਬੁਰੀ ਪ੍ਰਵਿਰਤੀ ਨੂੰ ਸੁਧਾਰਿਆ ਜਾ ਸਕਦਾ ਹੈ। ਜੀਵਨ ਦੀਆਂ ਚੰਗਿਆਈਆਂ ਉਸ ਵਿੱਚ ਭਰੀਆਂ ਜਾ ਸਕਦੀਆਂ ਹਨ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਉਹ ਸੁਭਾਅ ਤੋਂ ਹੀ ਨਰਮ, ਪਰਉਪਕਾਰੀ ਤੇ ਦੂਜਿਆਂ ਦੀ ਸੇਵਾ ਕਰਨ ਵਾਲਾ ਹੁੰਦਾ ਹੈ। ਮਨੁੱਖੀ ਸੁਭਾਅ ਦੋ ਪ੍ਰਵਿਰਤੀਆਂ ਦਾ ਪਰਿਣਾਮ ਹੈ ਜੋ ਕੁਦਰਤ ਵੱਲੋਂ ਹੀ ਉਸ ਵਿੱਚ ਮੌਜੂਦ ਹੁੰਦੀਆਂ ਹਨ। ਸੋ ਇਹਨਾਂ ਦੋਨਾਂ ਪ੍ਰਵਿਰਤੀਆਂ ਦਾ ਕਹਿੰਦਾ ਉਹ ਪ੍ਰਮਾਣ ਹੈ। ਆਤਮ ਪ੍ਰੇਮ ਤੇ ਆਤਮ ਰੱਖਿਆ ਦੀ ਭਾਵਨਾ ਉਹਦੇ ਵਿੱਚ ਹੁੰਦੀ ਹੈ। ਉਸ ਦਾ ਪਹਿਲਾ ਜਿਹੜਾ ਹੈਗਾ ਨਿਯਮ ਸਵੈ ਰੱਖਿਆ ਹੈ, ਤੇ ਉਸ ਵਿੱਚ ਆਪਣੀ ਚਿੰਤਾ ਸਭ ਤੋਂ ਵੱਧ ਰਹਿੰਦੀ ਹੈ। ਕਿ ਕਹਿੰਦਾ ਉਹਦਾ ਜਿਹੜਾ ਪਹਿਲਾ ਨਿਯਮ ਹੁੰਦਾ ਕਿ ਮੈਂ ਸਵੈ ਰੱਖਿਅਤ ਰਵਾਂ, ਆਪਦੇ ਆਪ ਨੂੰ ਰੱਖਿਅਤ ਰੱਖਣਾ, ਤੇ ਉਹਦੀ ਚਿੰਤਾ ਉਹਦੇ ਵਿੱਚ ਸਭ ਤੋਂ ਵੱਧ ਹੁੰਦੀ ਹੈ। ਤੇ ਸਵੈ ਰੱਖਿਆ ਦੇ ਲਈ ਉਹ ਬਹੁਤ ਕਈ ਵਾਰ ਜਿਹੜਾ ਹੈਗਾ ਗਲਤ ਕਾਰਜਾਂ ਨੂੰ ਅੰਜਾਮ ਦੇ ਦਿੰਦਾ ਹੈ। ਹਮਦਰਦੀ ਜਾਂ ਮਿਲ ਜੁਲ ਕੇ ਰਹਿਣ ਦੀ ਭਾਵਨਾ, ਕਹਿੰਦਾ ਵਿਅਕਤੀਗਤ ਹਿੱਤ ਤੋਂ ਇਲਾਵਾ ਮਨੁੱਖੀ ਹਿਰਦੇ ਦੇ ਵਿੱਚ ਹਮਦਰਦੀ ਜਾਂ ਸਮਾਜਿਕ ਏਕਤਾ ਦੀ ਭਾਵਨਾ ਵੀ ਹੁੰਦੀ ਹੈ। ਮਨੁੱਖ ਸੁਭਾਅ ਤੋਂ ਹੀ ਇੱਕ ਦੂਜੇ ਨਾਲ ਮਿਲ ਕੇ ਰਹਿਣਾ ਚਾਹੁੰਦਾ ਹੈ। ਜੇ ਇਹ ਭਾਵਨਾ ਨਾ ਹੁੰਦੀ ਤਾਂ ਅਸੀਂ ਜੀਵਨ ਸੰਗਰਾਮ ਵਿੱਚ ਨਸ਼ਟ ਹੋ ਜਾਂਦੇ। ਰੂਸੋ ਦਾ ਕਹਿਣਾ ਹੈ ਕਿ ਮਨੁੱਖ ਦੀਆਂ ਉਪਰੋਕਤ ਦੋਵੇਂ ਮੌਲਿਕ ਭਾਵਨਾਵਾਂ ਦੇ ਵਿੱਚ ਕਦੇ-ਕਦੇ ਸੰਘਰਸ਼ ਹੋਣਾ ਵੀ ਸੁਭਾਵਿਕ ਹੈ। ਰੂਸੋ ਦੇ ਵਿਵੇਚਨ ਦਾ ਆਧਾਰ ਮੁੱਖ ਰੂਪ ਦੇ ਵਿੱਚ ਇਹ ਸਿੱਧ ਕਰਨਾ ਸੀ ਕਿ ਮਨੁੱਖ ਸੁਭਾਅ ਤੋਂ ਹੀ ਚੰਗਾ ਹੈ। ਫਿਰ ਇਹ ਸਵਾਲ ਉੱਠਦਾ ਹੈ ਕਿ ਉਹ ਆਪਣੀ ਰਾਹ ਤੋਂ ਕਿਉਂ ਭਟਕਦਾ ਹੈ। ਰੂਸੋ ਦਾ ਤਰਕ ਹੈ ਕਿ ਮਨੁੱਖ ਉਸ ਵੇਲੇ ਭਟਕਦਾ ਹੈ ਜਦੋਂ ਉਸ ਦਾ ਆਤਮ ਪ੍ਰੇਮ ਹੰਕਾਰ ਵਿੱਚ ਬਦਲ ਜਾਂਦਾ ਹੈ। ਕਿ ਜਦੋਂ ਉਹਦਾ ਆਤਮਿਕ ਪ੍ਰੇਮ ਹੈ ਜਿਹੜਾ ਦੂਜਿਆਂ ਪ੍ਰਤੀ ਜਾਂ ਆਪਣੇ ਆਪ ਪ੍ਰਤੀ, ਉਹਨੂੰ ਹੰਕਾਰ ਹੋ ਜਾਂਦਾ ਹੈ। ਇਸ ਲਈ ਉਸ ਜਿਹੜਾ ਹੈਗਾ ਇਸ ਲਈ ਸ਼ੁਭ ਤੇ ਸੁਭਾਵਿਕ ਬਣੇ ਰਹਿਣ ਲਈ ਉਸ ਨੂੰ ਹੰਕਾਰ ਦਾ ਤਿਆਗ ਕਰ ਦੇਣਾ ਚਾਹੀਦਾ ਹੈ। ਰੂਸੋ ਮਨੁੱਖ ਨੂੰ ਸੁਭਾਵਿਕ ਰੂਪ ਦੇ ਵਿੱਚ ਸ੍ਰੇਸ਼ਟ ਪ੍ਰਾਣੀ ਸਵੀਕਾਰ ਕਰਦਾ। ਸੋ ਥੋੜੀ ਜਿਹੀ ਅਧਿਆਤਮਿਕਤਾ ਵਾਲੀ ਇੱਕ ਗੱਲ ਜੀ ਵੀ ਦੇਖਣ ਨੂੰ ਮਿਲਦੀ ਹੈ ਆਪਾਂ ਨੂੰ ਇਹਦੇ ਵਿਚਾਰਾਂ ਦੇ ਵਿੱਚ। ਪਰ ਪ੍ਰਕਿਰਤੀ ਦੀ ਸੱਚਾਈ ਤੋਂ ਜਾਣੂ ਨਾ ਹੋਣ ਕਰਕੇ ਉਸ ਵਿੱਚ ਹੰਕਾਰ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਕਿਉਂਕਿ ਉਹਨੂੰ ਇਹ ਹੋ ਜਾਂਦਾ ਵੀ ਜੋ ਕੁਝ ਕਰ ਰਿਹਾ ਮੈਂ ਹੀ ਹੈ। ਜਦੋਂ ਮਨੁੱਖ ਦੇ ਵਿੱਚ ਇਹ ਭਾਵਨਾ ਆ ਜਾਂਦੀ ਹੈ, ਹੰਕਾਰੀ ਹੋ ਜਾਂਦਾ, ਤਾਂ ਫਿਰ ਉਹ ਪ੍ਰਕਿਰਤੀ ਦੇ ਨਿਯਮਾਂ ਦੇ ਨਾਲ ਖਿਲਵਾੜ ਕਰਨ ਲੱਗ ਜਾਂਦਾ ਜੋ ਜੋ ਪੂਰਨਤਾ ਪ੍ਰਾਪਤ ਕਰਨ ਦੇ ਰਾਹ ਵਿੱਚ ਰੋੜਾ ਅਟਕਾਉਂਦੀ ਹੈ। ਮਨੁੱਖ ਦਾ ਵਿਵੇਕ ਪੂਰਨਤਾ ਪ੍ਰਾਪਤ ਕਰਨ ਵਿੱਚ ਸਹਾਈ ਹੁੰਦਾ ਹੈ। ਸੋ ਦੇਖੋ, ਜੇ ਇੱਥੇ ਆਪਾਂ ਗੱਲ ਕਰਾਂਗੇ ਕਿ ਮਨੁੱਖ ਦੇ ਵਿੱਚੋਂ ਹੰਕਾਰ ਤੋੜਨਾ ਜਾਂ ਉਹਦੇ ਪਰਮਾਤਮਾ ਦੀ ਪ੍ਰਾਪਤੀ ਕਰਨਾ, ਈਸ਼ਵਰ ਦੀ ਪ੍ਰਾਪਤੀ, ਠੀਕ ਹੈ, ਤਾਂ ਇੱਥੇ ਉਹ ਸ਼ਬਦ ਪੂਰਨਤਾ ਹੈਗਾ। ਬਸ ਇਹ ਚੀਜ਼ ਨਾ ਇਹਨੂੰ ਕੰਪੇਅਰ ਕਰ ਲਿਓ ਕਿ ਇੱਥੇ ਪੂਰਨਤਾ ਦਾ ਮਤਲਬ ਉਹੀ ਹੈ ਵੀ ਪਰਮਾਤਮਾ ਦੀ ਜਾਂ ਰੱਬ ਦੀ ਪ੍ਰਾਪਤੀ ਕਰ ਲੈਣਾ। ਵੀ ਮਤਲਬ ਉਹ ਮਨੁੱਖ ਨੇ ਪੂਰਨ ਤੇ ਸੰਪੂਰਨ ਮਨੁੱਖ ਹੋ ਜਾਣਾ, ਉਹਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦਾ ਔਗਣ ਨਾ ਰਹਿਣਾ, ਤੇ ਸਮਾਜ ਦੇ ਵਿੱਚ ਉਹਨੇ ਇੱਕ ਵਿਕਸਿਤ ਮਨੁੱਖ ਦੇ ਤੌਰ ਤੇ ਜਿਹੜਾ ਹੈਗਾ ਮਾਨਸਿਕ ਤੌਰ ਤੇ ਜਾਂ ਮਨੋਵਿਗਿਆਨਕ ਤੌਰ ਤੇ ਵਿਕਸਿਤ ਹੋਣਾ, ਨਾ ਕਿ ਆਰਥਿਕ ਤੌਰ ਤੇ ਜਾਂ ਰਾਜਨੀਤਿਕ ਤੌਰ ਤੇ। ਪ੍ਰਕਿਰਤਿਕ ਅਵਸਥਾ ਜਿਹੜੀ ਹੈਗੀ ਹੈ ਜੀ, ਉਹ ਕਹਿੰਦਾ ਪ੍ਰਕਿਰਤਿਕ ਅਵਸਥਾ ਦੇ ਵਿੱਚ ਰੂਸੋ ਆਪਣੀ ਪੁਸਤਕ ਡਿਸਕਸ ਔਨ ਦਾ origin of the foundation of equality of mankind, ਜਿਹੜੀ ਇਹਦੀ ਬੁੱਕ ਆਪਾਂ ਪਹਿਲਾਂ ਕਰਕੇ ਹਟੇ ਉਹਨਾਂ ਰਚਨਾਵਾਂ ਦੇ ਵਿੱਚ, ਉਹਦੇ ਵਿੱਚ ਇਹ ਲਿਖਦਾ, ਕਹਿੰਦਾ ਪ੍ਰਕਿਰਤਿਕ ਅਵਸਥਾ ਦਾ ਵਰਣਨ ਕੀਤਾ ਹੈ। ਰੂਸੋ ਦੀ ਪ੍ਰਕਿਰਤਿਕ ਅਵਸਥਾ ਪੂਰਵ ਸਮਾਜਿਕ ਅਤੇ ਪੂਰਵ ਰਾਜਨੀਤਿਕ ਹੈ। ਉਹ ਰੂਸੋ ਦੁਆਰਾ ਚਿਤਰਿਤ ਪ੍ਰਕਿਰਤਿਕ ਨਾ ਤਾਂ ਹਾਵਜ਼ ਵਾਂਗ ਹਰੇਕ ਵਿਰੁੱਧ ਯੁੱਧ ਦੀ ਅਤੇ ਨਾ ਹੀ ਲੋਕ ਵਾਂਗ ਸ਼ਾਂਤੀ ਅਤੇ ਸਦਭਾਵਨਾ ਦੀ ਵਿਵਸਥਾ ਕਰਦਾ ਹੈ। ਠੀਕ ਹੈ, ਜਿਵੇਂ ਹਾਵਜ਼ ਹੈ ਜਿਹੜਾ, ਉਹ ਕਹਿੰਦਾ ਪ੍ਰਕਿਰਤਿਕ ਅਵਸਥਾ ਦੇ ਵਿੱਚ ਵੀ ਹਰੇਕ ਵਿਰੁੱਧ ਯੁੱਧ ਹੈ, ਵੀ ਉਹਨੂੰ ਯੁੱਧ ਹੀ ਲੜਨਾ ਪੈਂਦਾ ਮਨੁੱਖ ਨੂੰ, ਫੇਰ ਹੀ ਉਹ ਸਫਲ ਹੁੰਦਾ। ਤੇ ਲੋਕ ਹੈ ਜਿਹੜਾ, ਉਹ ਕਹਿੰਦਾ ਕਿ ਸ਼ਾਂਤੀ ਤੇ ਸਦਭਾਵਨਾ ਵਾਲਾ ਜਿਹੜੀ ਡਿਵੈਲਪਮੈਂਟ ਹੈ ਜਾਂ ਵਿਵਸਥਾ ਉਹ ਵਧੀਆ ਹੁੰਦੀ ਹੈ। ਸੋ ਇਹਨੇ ਇਹ ਚੀਜ਼ਾਂ ਨੂੰ ਕੀ ਕੀਤਾ, ਦੋਨਾਂ ਤੋਂ ਹੀ ਪਾਸੇ ਹੈ। ਇਹ ਕਹਿੰਦਾ ਇਹ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਮਨੁੱਖ ਪਸ਼ੂ ਵਾਂਗ ਇਕੱਲਾ ਜੀਵਨ ਬਿਤਾਉਂਦਾ ਹੈ, ਸਿਰਫ ਪਸ਼ੂਆਂ ਦੇ ਵਾਂਗ। ਜਿਵੇਂ ਪਸ਼ੂ ਜਾਂ ਜਾਨਵਰ ਜੰਗਲਾਂ ਦੇ ਵਿੱਚ ਜੀਵਨ ਬਤੀਤ ਕਰਦੇ ਆ, ਉਵੇਂ ਮਨੁੱਖ ਅਜਿਹਾ ਜੀਵਨ ਬਤੀਤ ਕਰਦਾ ਹੈ ਪ੍ਰਕਿਰਤਿਕ ਅਵਸਥਾ ਦੇ ਵਿੱਚ। ਠੀਕ ਹੈ, ਪ੍ਰਕਿਰਤਿਕ ਅਵਸਥਾ ਦੇ ਵਿੱਚ ਜਿਹੜਾ ਹੈਗਾ ਰੂਸੂਰਾ ਵਿਅਕਤੀ ਭਲਾ ਅਸਭਿਆ ਜੀਵ ਸੀਗਾ। ਠੀਕ ਹੈ, ਰੂਸੋ ਹੈ ਜਿਹੜਾ, ਉਹ ਕਹਿੰਦਾ ਇੱਥੇ ਆਊਗਾ ਰੂਸੋ ਦਾ, ਠੀਕ ਹੈ, ਰੂਸੂਰਾ ਲਿਖਿਆ ਇੱਥੇ ਰੂਸੋ ਦਾ ਆਊਗਾ। ਰੂਸੋ ਦਾ ਵਿਅਕਤੀ ਹੈ ਜਿਹੜਾ, ਉਹ ਭਲਾ ਤੇ ਅਸਭਿਆ ਜੀਵ ਸੀ। ਭਾਵ ਜਿਹੜੀ ਰੂਸੋ ਉਦਾਹਰਨ ਦਿੰਦਾ ਹੈ ਕਿ ਪ੍ਰਕਿਰਤਿਕ ਅਵਸਥਾ ਦੇ ਵਿੱਚ, ਜਿਵੇਂ ਆਪਾਂ ਆਦਿ ਮਾਨਵ ਦੀ ਗੱਲ ਕਰਦੇ ਹਾਂ,
ਹਿਸਟਰੀ ਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਆਦਿ ਮਾਨਵ ਪਹਿਲਾਂ ਇਹੋ ਜਿਹਾ ਮਨੁੱਖ ਹੁੰਦਾ ਸੀ ਨਾ, ਉਹ ਕੰਦਮੂਲ ਖਾਂਦਾ ਸੀ, ਜੰਗਲਾਂ 'ਚ ਰਹਿੰਦਾ ਸੀ, ਉਹ ਚੀਜ਼ ਹੈ ਇਹ। ਤੇ ਉਹ ਕਹਿੰਦਾ ਵਿਅਕਤੀ ਭਲਾ ਤੇ ਅਸਭਿਆ ਸੀ, ਉਹ ਭਲੇ ਮਾਨਸੀ ਹੁੰਦਾ ਸੀ, ਪਰ ਉਹਨੂੰ ਗਿਆਨ ਗੁਣ ਕੋਈ ਹੈ ਨਹੀਂ ਸੀਗਾ। ਠੀਕ ਹੈ, ਉਹ ਇਹ ਮੰਨ ਕੇ ਚੱਲਦਾ ਕਿ ਮਨੁੱਖ ਪ੍ਰਕਿਰਤਿਕ ਅਵਸਥਾ ਜਾਂ ਵਰਤਮਾਨ ਨਾਗਰਿਕ ਅਵਸਥਾ ਤੋਂ ਸ਼੍ਰੇਸ਼ਟ ਸੀ। ਕਹਿੰਦਾ ਪਰ ਜਿਹੜਾ ਮਨੁੱਖ ਹੈ, ਉਹਦੀ ਜਿਹੜੀ ਉਹ ਅਵਸਥਾ ਸੀ, ਉਹ ਮੌਜੂਦਾ ਅਵਸਥਾ ਦੇ ਨਾਲੋਂ ਸ਼੍ਰੇਸ਼ਟ ਸੀ। ਉਹਦੇ ਵਿੱਚ ਹੰਕਾਰ ਨਹੀਂ ਸੀ, ਉਹਦੇ ਵਿੱਚ ਜਿਹੜੀ ਜਿੰਨੀਆਂ ਵੀ ਬੁਰਾਈਆਂ, ਉਹ ਬੁਰਾਈਆਂ ਹੈ ਨਹੀਂ ਸੀਗੀਆਂ ਉਦੋਂ, ਤੇ ਉਹ ਨੇਚਰ ਦੀ ਪੂਜਾ ਕਰਦਾ ਸੀ। ਆਦਿ ਪ੍ਰਕਿਰਤਿਕ ਅਵਸਥਾ ਦੇ ਵਿੱਚ ਉਹ ਕਹਿੰਦਾ ਕਿ ਆਦਿ ਪ੍ਰਕਿਰਤਿਕ ਅਵਸਥਾ ਦੇ ਵਿੱਚ ਰਾਜ ਨਹੀਂ ਸੀ। ਠੀਕ ਹੈ, ਸਟੇਟ ਹੈ ਨਹੀਂ ਸੀ, ਪਾਵਰ ਹੈ ਨਹੀਂ ਸੀ। ਵਿਅਕਤੀ ਪ੍ਰਕਿਰਤੀ ਦੀ ਗੋਦ ਦੇ ਵਿੱਚ ਰਹਿੰਦਾ ਸੀ, ਕੁਦਰਤ ਦੀ ਗੋਦ ਦੇ ਵਿੱਚ ਰਹਿੰਦਾ ਸੀ। ਅਜਿਹੀ ਅਵਸਥਾ ਇਕੱਲੇਪਣ ਦੀ ਸੀ। ਉਸ ਦਾ ਸਰੀਰ ਬਲਵਾਨ ਸੀ ਕਿਉਂਕਿ ਉਸ ਨੂੰ ਕੁਦਰਤੀ ਆਫਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਹ ਸ਼ਸਤਰਹੀਣ ਸੀ। ਉਹ ਹਥਿਆਰ ਉਸ ਦਾ ਆਪਣਾ ਸਰੀਰ ਹੀ ਸੀਗਾ। ਇਸ ਅਵਸਥਾ ਦੇ ਵਿੱਚ ਮਨੁੱਖ ਆਪਣੇ ਬਚਾਓ ਤੋਂ ਸੰਬੰਧਿਤ ਸੀ। ਮਨੁੱਖ ਜੰਗਲਾਂ ਦੇ ਵਿੱਚ ਫਿਰਦਾ ਸੀ, ਉਸ ਦਾ ਕੋਈ ਪੱਕਾ ਘਰ ਘਾਟ ਨਹੀਂ ਸੀ। ਇਸਤਰੀਆਂ ਤੇ ਪੁਰਸ਼ਾਂ ਦਾ ਪਸ਼ੂਆਂ ਵਾਂਗ ਕਦੇ-ਕਦੇ ਮੇਲ ਮਿਲਾਪ ਹੁੰਦਾ ਸੀ। ਬੱਚੇ ਪੈਦਾ ਹੋ ਜਾਣ ਤੇ ਉਹਨਾਂ ਦੀ ਪਾਲਣਾ ਮਾਂ ਕਰਦੀ ਸੀ। ਉਹ ਵੀ ਉਦੋਂ ਤੱਕ ਜਦੋਂ ਤੱਕ ਉਹ ਵੱਡੇ ਹੋ ਕੇ ਆਪਣੀ ਰੱਖਿਆ ਆਪ ਕਰਨ ਦੇ ਕਾਬਿਲ ਨਹੀਂ ਹੋ ਜਾਂਦੇ। ਮਨੁੱਖ ਪੂਰੀ ਤਰ੍ਹਾਂ ਸੁਤੰਤਰ ਸੀ। ਭੁੱਖ ਲੱਗਣ ਤੇ ਜੰਗਲੀ ਫਲ ਫੁੱਲ ਖਾ ਲੈਂਦਾ ਸੀ ਤੇ ਗੁਜ਼ਾਰਾ ਕਰ ਲੈਂਦਾ ਸੀ। ਇਸ ਅਵਸਥਾ ਦੇ ਵਿੱਚ ਉਹ ਪੂਰੀ ਤਰ੍ਹਾਂ ਸੁਖੀ ਤੇ ਸੰਤੁਸ਼ਟੀ ਮਹਿਸੂਸ ਕਰਦਾ ਸੀ। ਉਹ ਭਾਸ਼ਾ ਤੋਂ ਵੀ ਅਣਜਾਣ ਸੀ। ਮੱਧਵਰਤੀ ਪ੍ਰਕਿਰਤੀ ਅਵਸਥਾ ਦੇ ਵਿੱਚ ਕਹਿੰਦਾ ਕੀ ਹੋਇਆ, ਇਸ ਅਵਸਥਾ ਦੇ ਵਿੱਚ ਵਿਅਕਤੀ ਦਾ ਪਹਿਲਾਂ ਵਾਂਗ ਜੀਵਨ ਸ਼ਾਂਤ, ਸਰਲ ਤੇ ਸੰਤੁਸ਼ਟ ਨਹੀਂ ਰਿਹਾ। ਮਾਨਵ ਜਾਤੀ ਦੇ ਵਿੱਚ ਵਾਧਾ ਹੁੰਦਾ ਗਿਆ। ਅਨੇਕ ਕਾਢਾਂ ਨੇ ਸਮਾਜ ਦੇ ਵਿੱਚ ਅਸਮਾਨਤਾ ਪੈਦਾ ਕਰ ਦਿੱਤੀ। ਮੌਸਮ, ਜਲਵਾਯੂ, ਨਵੀਆਂ ਖੋਜਾਂ ਨੇ ਮਨੁੱਖੀ ਰਹਿਣ ਸਹਿਣ ਉੱਤੇ ਪ੍ਰਭਾਵ ਪਾਇਆ। ਨਦੀ ਕਿਨਾਰੇ ਰਹਿਣ ਵਾਲੇ ਮਨੁੱਖਾਂ ਨੇ ਮੱਛੀਆਂ ਫੜਨ ਦੇ ਤਰੀਕੇ ਖੋਜ ਲਏ ਅਤੇ ਜੰਗਲ ਦੇ ਵਿੱਚ ਪਸ਼ੂਆਂ ਦੀ ਸ਼ਿਕਾਰ ਕਰਨ ਲਈ ਵੀ ਮਨੁੱਖ ਨੇ ਧਨੁਸ਼ਬਾਣ ਬਣਾਉਣੇ ਸ਼ੁਰੂ ਕਰ ਦਿੱਤੇ। ਸੋ ਮਨੁੱਖ ਦੇ ਵਿੱਚ ਲਾਲਸਾਵਾਂ ਪੈਦਾ ਹੋ ਗਈਆਂ, ਕਹਿਣ ਤੋਂ ਭਾਵ। ਫਿਰ ਸੰਜੋਗਵਸ ਅੱਗ ਦੀ ਮਹੱਤਵਪੂਰਨ ਕਾਢ ਹੋਈ। ਹੌਲੀ ਹੌਲੀ ਪੱਥਰਾਂ ਅਤੇ ਫਿਰ ਧਾਤੂਆਂ ਦੇ ਹਥਿਆਰਾਂ ਵਿੱਚ ਅਤੇ ਔਜ਼ਾਰਾਂ ਦਾ ਨਿਰਮਾਣ ਸ਼ੁਰੂ ਹੋ ਗਿਆ। ਮਨੁੱਖ ਨੇ ਗੁਫਾਵਾਂ ਦੇ ਵਿੱਚ ਜੀਵਨ ਤਿਆਗ ਕੇ ਝੌਂਪੜੀਆਂ ਦਾ ਨਿਰਮਾਣ ਸ਼ੁਰੂ ਕਰ ਦਿੱਤਾ। ਇਕੱਲੇਪਣ ਤੇ ਘੁਮੱਕੜ ਜੀਵਨ ਨੂੰ ਤਿਆਗ ਕੇ ਉਸਨੇ ਘਰ ਬਣਾ ਕੇ ਵਿਵਸਥਿਤ ਜੀਵਨ ਬਣਾਉਣਾ ਸ਼ੁਰੂ ਕਰ ਦਿੱਤਾ। ਫਿਰ ਪਰਿਵਾਰ ਬਣਿਆ, ਜਾਇਦਾਦ ਬਣੀ ਅਤੇ ਉਸ ਨੂੰ ਵੀ ਪ੍ਰਕਿਰਤੀ ਵਾਲੀ ਸਮਾਨਤਾ ਤਿਆਗਣੀ ਪਈ। ਪਰਿਵਾਰ ਦਾ ਪਰਸਪਰ ਮੇਲ ਜੋਲ ਵਧਿਆ, ਫਲਸਰੂਪ ਸਮਾਜ ਦੀ ਸਥਾਪਨਾ ਹੋਈ। ਸੋ ਸਮਾਜ ਹੋਣ ਦੇ ਵਿੱਚ ਆ ਗਿਆ। ਕਹਿੰਦਾ ਭੂ ਮਾਲਕੀ ਤੋਂ ਮਗਰੋਂ ਦੀ ਪ੍ਰਕਿਰਤਿਕ ਅਵਸਥਾ। ਤੀਜੀ ਅਵਸਥਾ ਦੇ ਵਿੱਚ ਕਹਿੰਦਾ ਭੂਮੀ ਦੀ ਮਾਲਕੀਅਤ ਸ਼ੁਰੂ ਹੋ ਗਈ। ਜਿੱਥੇ ਜਿੱਥੇ ਉਹਨੂੰ ਅਨਾਜ ਮਿਲਦਾ ਸੀ, ਉੱਥੇ ਉੱਥੇ ਉਹਨੇ ਕਬਜ਼ਾ ਸ਼ੁਰੂ ਕਰਤਾ ਵੀ ਆਹ ਭਾਈ ਮੇਰਾ, ਤੇ ਇੱਧਰ ਨਾ ਹੀ ਨਹੀਂ। ਕੁੱਟਮਾਰ ਹੁੰਦੀ ਸੀ, ਲੜਾਈ ਝਗੜੇ ਹੁੰਦੇ ਸੀ। ਖੇਤੀਬਾੜੀ ਦੀ ਖੋਜ ਦੇ ਨੇ ਲੋਕਾਂ ਨੂੰ ਇੱਕ ਦੂਜੇ ਨੂੰ ਸਹਿਯੋਗ ਦੇਣ ਦੇ ਲਈ ਪ੍ਰੇਰਿਆ। ਉਹ ਇੱਕ ਦੂਜੇ ਦੇ ਸਾਥੀ ਵੀ ਬਣੇ, ਹਾਮੀ ਵੀ ਬਣੇ, ਇੱਕ ਦੂਜੇ ਨਾਲ ਹੈਲਪ ਕਰਨ ਲੱਗੇ, ਇੱਕ ਦੂਜੇ ਦੀ ਮਦਦ ਕਰਨ ਲੱਗੇ। ਸਰੀਰਕ ਤੌਰ ਤੇ ਬਲਵਾਨ ਵਿਅਕਤੀ ਸਭ ਤੋਂ ਵੱਧ ਮਿਹਨਤ ਕਰਦਾ ਸੀ। ਮਾਨਸਿਕ ਰੂਪ ਦੇ ਵਿੱਚ ਚਤਰ ਵਿਅਕਤੀ ਇਸ ਦਾ ਲਾਭ ਸਭ ਤੋਂ ਜ਼ਿਆਦਾ ਉਠਾਉਂਦਾ ਸੀ। ਕਹਿੰਦਾ ਦੋ ਤਰ੍ਹਾਂ ਦੇ ਮਨੁੱਖ ਹੋ ਗਏ, ਇੱਕ ਸਰੀਰਕ ਤੌਰ ਤੇ ਬਲਵਾਨ ਸੀ ਤੇ ਦੂਜਾ ਮਾਨਸਿਕ ਰੂਪ ਦੇ ਵਿੱਚ ਚਤਰ ਸੀ। ਜਿਹੜਾ ਬਲਵਾਨ ਸੀ ਸਰੀਰਕ ਰੂਪ ਤੇ, ਉਹ ਸਭ ਤੋਂ ਵੱਧ ਮਿਹਨਤ ਕਰਦਾ ਸੀ। ਠੀਕ ਹੈ, ਤੇ ਜਿਹੜਾ ਮਾਨਸਿਕ ਰੂਪ ਦੇ ਵਿੱਚ ਚਤਰ ਸੀ, ਉਹ ਆਪਦੇ ਦਿਮਾਗੀ ਚਾਲਾਂ ਦੇ ਨਾਲ ਇਹਨਾਂ ਦੀ ਮਿਹਨਤ ਦਾ ਫਾਇਦਾ ਖੁਦ ਲੈ ਜਾਂਦਾ ਸੀ। ਸੋ ਉਹੀ ਜਿਵੇਂ ਕਾਰਲ ਮਾਰਕਸ ਕਹਿੰਦਾ ਕਿ ਦੋ ਵਰਗ, ਇੱਕ ਉੱਚਾ ਵਰਗ, ਇੱਕ ਨੀਵਾਂ ਵਰਗ, ਉਹਨਾਂ ਦੀ ਹੋਂਦ ਬਣਨੀ ਲੱਗ ਗਈ। ਇਸ ਦੇ ਨਤੀਜੇ ਵਜੋਂ ਅਮੀਰ ਗਰੀਬ ਦਾ ਭੇਦ ਸ਼ੁਰੂ ਹੋ ਗਿਆ। ਅਸਮਾਨਤਾ ਦਾ ਇਹ ਸਭ ਤੋਂ ਵੱਧ ਮਹੱਤਵਪੂਰਨ ਕਾਰਨ ਬਣਿਆ। ਜਿਉਂ ਹੀ ਭੂਮੀ ਦੀ ਵਿਅਕਤੀਗਤ ਮਲਕੀਅਤ ਦੁਆਰਾ ਕਿਸੇ ਨੇ ਮਨੁੱਖ ਨੂੰ ਭੂਮੀ ਵਿਸ਼ੇਸ਼ ਤੇ ਆਪਣਾ ਹੱਕ ਜਮਾ ਲਿਆ ਤੇ ਤਦ ਹੀ ਮੱਧ ਯੁੱਗ ਦਾ ਅੰਤ ਹੋ ਗਿਆ। ਉਹ ਸੱਭਿਆ ਸਮਾਜ ਦਾ ਸੰਸਥਾਪਕ ਬਣ ਗਿਆ। ਜਿਉਂ ਹੀ ਭੂਮੀ ਦੀ ਵਿਅਕਤੀਗਤ ਮਾਲਕੀਅਤ ਸ਼ੁਰੂ ਹੋਈ, ਸੰਘਰਸ਼ ਦਾ ਵਿੱਚ ਹੋਰ ਵਾਧਾ ਹੋ ਗਿਆ। ਅਮੀਰ ਗਰੀਬਾਂ ਦਾ ਸ਼ੋਸ਼ਣ ਕਰਨ ਲੱਗੇ। ਅਮੀਰਾਂ ਦੇ ਅਤਿਆਚਾਰਾਂ ਤੋਂ ਤੰਗ ਆ ਕੇ ਗਰੀਬ ਜਨਤਾ ਉਹਨਾਂ ਵਿਰੁੱਧ ਸਾਜ਼ਿਸ਼ ਕਰਨ ਲੱਗੀ। ਨਤੀਜੇ ਵਜੋਂ ਲੁੱਟਮਾਰ, ਹੱਤਿਆ, ਲੜਾਈ ਝਗੜੇ ਕਾਫੀ ਵੱਧ ਗਏ ਤੇ ਮਨੁੱਖੀ ਜੀਵਨ ਨਿਰਾਸ਼ਾ ਤੇ ਭੈ ਦੇ ਨਾਲ ਭਰ ਗਏ। ਇੱਥੋਂ ਤੱਕ ਕਿ ਜੀਵਨ ਉਚਿਤ ਰੂਪ ਦੇ ਨਾਲ ਚੱਲਣ ਤੋਂ ਅਸਮਰੱਥ ਹੋ ਗਿਆ। ਪੂੰਜੀਗਤ ਵਰਗ ਨੇ ਆਪਣੀ ਪੂੰਜੀ ਦੀ ਸੁਰੱਖਿਆ ਲਈ ਰਾਜ ਦੀ ਸ਼ਕਤੀ ਦੀ ਸਥਾਪਨਾ ਕਰਕੇ ਆਪਣੇ ਸਵਾਰਥਾਂ ਦੀ ਰੱਖਿਆ ਕੀਤੀ। ਜਿਹੜਾ ਪੂੰਜੀਗਤ ਵਰਗ ਸੀ, ਜਿਹਦੇ ਕੋਲ ਪੈਸਾ ਸੀ, ਚਤੁਰ ਦਿਮਾਗ ਵਾਲੇ ਲੋਕ ਸੀ ਜਿਹੜੇ, ਇਸ ਲਈ ਰਾਜ ਦੀ ਇਸ ਰਚਨਾ ਵਧੇਰੇ ਅਸਮਾਨਤਾ ਦਾ ਪ੍ਰਤੀਕ ਅਤੇ ਮਾਲਕ ਅਤੇ ਦਾਸ ਦਾ ਸੰਬੰਧ ਸਥਾਪਿਤ ਕਰਨ ਦੇ ਵਿੱਚ ਪ੍ਰਮਾਣਿਤ ਹੋਈ। ਸੋ ਦਾਸ ਸਿਸਟਮ ਆ ਗਿਆ, ਇੱਕ ਮਾਲਕ ਸਿਸਟਮ ਆ ਗਿਆ ਨਾ। ਕੋਈ ਇੱਕ ਮਾਲਕ ਹੁੰਦਾ ਸੀ, ਦੂਜਾ ਦਾਸ ਹੁੰਦਾ ਸੀ। ਖਰੀਦੋ ਫਰੋਖਤ ਸ਼ੁਰੂ ਹੋ ਗਈ ਮਨੁੱਖ ਦੀ।